ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਸਾਡਾ ਲੈਸਨ ਹੈ ਤੇਜ਼ਾਬ, ਖਾਰ ਅਤੇ ਲੂਣ। ਲੈਸਨ ਨੰਬਰ 2, ਜਮਾਤ 10ਵੀਂ, ਐਸਿਡਸ, ਬੇਸਿਸ ਐਂਡ ਸਾਲਟਸ। ਮੈਂ ਸੰਤੋਖ ਸਿੰਘ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ, ਜ਼ਿਲ੍ਹਾ ਕਪੂਰਥਲਾ, ਤੁਹਾਡੇ ਨਾਲ ਅੱਜ ਇਸ ਚੈਪਟਰ ਦੇ ਕੁਝ ਪ੍ਰਸ਼ਨ ਉੱਤਰ ਸਾਂਝੇ ਕਰਾਂਗਾ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਇਸ ਲੈਕਚਰ ਤੋਂ ਜ਼ਰੂਰ ਫਾਇਦਾ ਲਓਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ ਬੱਚਿਓ, ਤੇਜ਼ਾਬ ਕੀ ਹਨ? ਐਸਿਡਸ ਕੀ ਹਨ? ਵਾਟ ਆਰ ਐਸਿਡਸ? ਤੇਜ਼ਾਬ ਬੱਚਿਓ ਉਹ ਯੌਗਿਕ ਹਨ ਜਿਨ੍ਹਾਂ ਦੇ ਕੋਲ ਇੱਕ ਜਾਂ ਇੱਕ ਤੋਂ ਵੱਧ ਹਾਈਡਰੋਜਨ ਪਰਮਾਣੂ ਹੁੰਦੇ ਹਨ, ਜੋ ਪਾਣੀ ਦੇ ਘੋਲ ਵਿੱਚ ਚਾਰਜਿਤ ਹਾਈਡਰੋਨੀਅਮ ਆਇਨ ਪੈਦਾ ਕਰਦੇ ਹਨ। ਇਹਨਾਂ ਦਾ ਸਵਾਦ ਖੱਟਾ ਹੁੰਦਾ ਹੈ। ਐਸਿਡਸ ਨੂੰ ਆਪਾਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਐਸਿਡਸ ਆਰ ਆਫ ਟੂ ਟਾਈਪਸ। ਫਸਟ ਹਨ ਆਰਗੈਨਿਕ ਐਸਿਡਸ, ਜਿਹੜੇ ਕਿ ਆਮ ਤੌਰ ਤੇ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਵਿੱਚ ਕਾਰਬਨ ਹੁੰਦੀ ਹੈ। ਕੁਝ ਉਦਾਹਰਨਾਂ ਹਨ ਐਸਟ੍ਰਿਕ ਐਸਿਡ, ਜਿਹਨੂੰ ਅਸੀਂ ਸਿਰਕਾ ਵੀ ਕਹਿੰਦੇ ਹਾਂ, ਆਕਜ਼ੈਲਿਕ ਐਸਿਡ ਆਦਿ। ਦੂਸਰੇ ਬੱਚਿਓ ਹਨ ਇਨਆਰਗੈਨਿਕ ਐਸਿਡਸ, ਜਾਂ ਇਹਨਾਂ ਨੂੰ ਅਸੀਂ ਮਿਨਰਲ ਐਸਿਡਸ ਵੀ ਕਹਿੰਦੇ ਹਾਂ। ਇਹ ਉਹ ਐਸਿਡਸ ਹਨ, ਉਹ ਤੇਜ਼ਾਬ ਹਨ ਜੋ ਆਮ ਤੌਰ ਤੇ ਖਣਿਜਾਂ ਤੋਂ ਪ੍ਰਾਪਤ ਹੁੰਦੇ ਹਨ। ਇਸ ਦੀਆਂ ਐਗਜ਼ਾਮਪਲਾਂ ਹਨ ਹਾਈਡਰੋਕਲੋਰਿਕ ਐਸਿਡ, ਸਲਫਿਊਰਿਕ ਐਸਿਡ, ਨਾਈਟ੍ਰਿਕ ਐਸਿਡ। ਹੁਣ ਹੈ ਬੱਚਿਓ ਕਿ ਖਾਰ ਕੀ ਹਨ? ਖਾਰ ਬੱਚਿਓ ਉਹਨਾਂ ਯੌਗਿਕਾਂ ਨੂੰ ਕਹਿੰਦੇ ਹਨ ਜੋ ਧਾਤਵੀ ਆਕਸਾਈਡ ਜਾਂ ਧਾਤਵੀ ਹਾਈਡਰੋ ਆਕਸਾਈਡ ਜਾਂ ਜਲੀ ਅਮੋਨੀਆ ਹੋਵੇ ਅਤੇ ਜੋ ਤੇਜ਼ਾਬਾਂ ਦੇ ਹਾਈਡਰੋਨੀਅਮ ਆਇਨਾਂ ਨਾਲ ਮਿਲ ਕੇ ਲੂਣ ਅਤੇ ਪਾਣੀ ਪੈਦਾ ਕਰਦੇ ਹਨ। ਇਹਨਾਂ ਦਾ ਸਵਾਦ ਆਮ ਤੌਰ ਤੇ ਕੌੜਾ ਹੁੰਦਾ ਹੈ। ਤੇਜ਼ਾਬਾਂ ਨੂੰ ਹੀ ਅਸੀਂ ਇੱਕ ਹੋਰ ਕੈਟਾਗਰੀ ਵਿੱਚ ਅੱਗੇ ਵੰਡ ਸਕਦੇ ਹਾਂ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਐਲਕਲੀ। ਵਿੱਚੋਂ ਐਲਕਲੀ ਕੀ ਹੈ? ਇਟ ਇਜ਼ a basic hydroxide which when dissolved in water produces hydroxyl ions as the only negatively charged ions। ਇਹਨਾਂ ਦੀਆਂ ਐਗਜ਼ਾਮਪਲਾਂ ਹਨ ਬੱਚਿਓ ਸੋਡੀਅਮ ਹਾਈਡਰੋਕਸਾਈਡ, ਪੋਟਾਸ਼ੀਅਮ ਹਾਈਡਰੋਕਸਾਈਡ। ਇਸ ਤੋਂ ਬਾਅਦ ਬੱਚਿਓ ਆਪਾਂ ਗੱਲ ਕਰਾਂਗੇ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਮੁੱਖ ਤੌਰ ਤੇ 5 ਜਿਹੜੀਆਂ ਹੈ ਉਹ ਗਿਆਨ ਇੰਦਰੀਆਂ ਹਨ। ਕਿਹੜੀਆਂ ਕਿਹੜੀਆਂ ਬੱਚਿਓ? ਅੱਖਾਂ ਹਨ ਜੋ ਸਾਨੂੰ ਦੇਖਣ ਵਿੱਚ ਸਹਾਇਤਾ ਕਰਦੀਆਂ ਹਨ, ਕੰਨ ਜੋ ਸਾਨੂੰ ਸੁਣਨ ਵਿੱਚ ਸਹਾਇਤਾ ਕਰਦੇ ਹਨ, ਨੱਕ ਸੁੰਘਣ ਵਿੱਚ ਸਾਡੀ ਸਹਾਇਤਾ ਕਰਦਾ ਹੈ, ਜੀਭ ਸਵਾਦ ਚੱਖਣ ਵਿੱਚ ਸਾਡੀ ਸਹਾਇਤਾ ਕਰਦੀ ਹੈ, ਅਤੇ ਹੱਥ ਛੂਹ ਕੇ ਸਾਨੂੰ ਕਿਸੇ ਚੀਜ਼ ਬਾਰੇ ਦੱਸ ਸਕਦੇ ਹਨ ਕਿ ਗਰਮ ਹੈ ਜਾਂ ਠੰਡਾ ਹੈ, ਕਿ ਉਹ ਸਖਤ ਹੈ ਜਾਂ ਨਰਮ ਹੈ। ਇਹ ਸਾਡੀਆਂ ਗਿਆਨ ਇੰਦਰੀਆਂ ਹਨ ਬੱਚਿਓ। ਇਹ ਸਾਨੂੰ ਇੰਡੀਕੇਟ ਕਰਦੀਆਂ ਹਨ, ਇਹ ਸਾਨੂੰ ਦੱਸਦੇ ਹਨ। ਇਸੇ ਤਰੀਕੇ ਨਾਲ ਸਾਇੰਸ ਵਿੱਚ ਸੂਚਕ ਕਿਹਨਾਂ ਨੂੰ ਕਹਿੰਦੇ ਹਨ ਬੱਚਿਓ? ਇੰਡੀਕੇਟਰਸ ਕਿਹਨਾਂ ਨੂੰ ਕਹਿੰਦੇ ਹਨ? ਜਿਹੜੇ ਪਦਾਰਥ ਤੇਜ਼ਾਬ ਜਾਂ ਖਾਰ ਵਿੱਚ ਮਿਲਾਉਣ ਤੇ ਆਪਣੇ ਰੰਗ ਵਿੱਚ ਬਦਲਾਵ ਕਰ ਲੈਂਦੇ ਹਨ, ਉਹਨਾਂ ਦਾ ਰੰਗ ਚੇਂਜ ਹੋ ਜਾਂਦਾ ਹੈ, ਬਦਲ ਜਾਂਦਾ ਹੈ, ਉਹਨਾਂ ਨੂੰ ਅਸੀਂ ਸੂਚਕ ਕਹਿੰਦੇ ਹਾਂ ਜਾਂ ਇੰਡੀਕੇਟਰਸ ਕਹਿੰਦੇ ਹਾਂ। ਹੁਣ ਬੱਚਿਓ ਆਪਾਂ ਦੱਸਾਂਗੇ ਕਿ ਸੂਚਕ ਕਿੰਨੀ ਤਰ੍ਹਾਂ ਦੇ ਹੁੰਦੇ ਆ। ਤੁਹਾਨੂੰ ਪਤਾ ਹੈ ਸੂਚਕ ਕਿੰਨੀ ਤਰ੍ਹਾਂ ਦੇ ਹੁੰਦੇ ਬੱਚਿਓ?
ਸੂਚਕ ਬੱਚਿਓ ਦੋ ਤਰ੍ਹਾਂ ਦੇ ਹੁੰਦੇ ਹਨ। ਕਿਹੜੇ ਕਿਹੜੇ ਹੁੰਦੇ ਹਨ? ਪਹਿਲੇ ਹਨ ਕੁਦਰਤੀ, ਜਾਂ ਇਹਨਾਂ ਨੂੰ ਆਪਾਂ ਨੈਚੁਰਲ ਆਖਦੇ ਹਾਂ। ਨੈਚੁਰਲ ਵਿੱਚ ਕਿਹੜੇ ਕਿਹੜੇ ਆਉਂਦੇ ਆ ਬੱਚਿਓ? ਹਲਦੀ, ਸਾਰਿਆਂ ਨੇ ਦੇਖੀ ਹੋਈ ਹੈ, ਘਰ ਵਿੱਚ ਸਾਰਿਆਂ ਦੇ ਹਲਦੀ ਮੌਜੂਦ ਹੈ। ਦੂਸਰਾ ਹੈ ਬੱਚਿਓ ਲਿਟਮਸ। ਲਿਟਮਸ ਪੇਪਰ ਜਿਹੜਾ ਹੈ ਉਹ ਸਾਨੂੰ ਲਾਈਕੇਨ ਨਾਮ ਦੇ ਪੌਦੇ ਤੋਂ ਪ੍ਰਾਪਤ ਹੁੰਦਾ ਹੈ। ਇਸ ਕਰਕੇ ਇਹ ਕਿਉਂਕਿ ਦੋਨੋਂ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ, ਇਸ ਕਰਕੇ ਇਹਨਾਂ ਨੂੰ ਅਸੀਂ ਕੁਦਰਤੀ ਸੂਚਕ ਆਖਦੇ ਹਾਂ। ਦੂਸਰੇ ਕਿਹੜੇ ਆ ਬੱਚਿਓ? ਮਨੁੱਖ ਦੁਆਰਾ ਬਣਾਏ ਗਏ, ਆਰਟੀਫੀਸ਼ੀਅਲ ਜਾਂ ਸਿੰਥੇਸਿਸ ਜਿਹੜੇ ਹੈਗੇ ਆ, ਜਾਂ ਸੰਸਲਿਸ਼ਟ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਕਿਹੜੇ ਕਿਹੜੇ ਆ ਬੱਚਿਓ? ਇੱਕ ਹੈ ਫਿਨਾਲਫਥਲੀਨ ਅਤੇ ਦੂਸਰਾ ਹੈ ਮਿਥਾਈਲ ਆਰੇਂਜ। ਇਹ ਦੋਨੋਂ ਜਿਹੜੇ ਹੈਗੇ ਆ, ਫਿਨਾਈਲਫਥਲੀਨ ਤੇ ਮਿਥਾਈਲ ਆਰੇਂਜ ਜਿਹੜੇ ਹੈਗੇ ਆ, ਕਿਉਂਕਿ ਲੈਬੋਰੇਟਰੀ ਵਿੱਚ ਬਣਾਏ ਗਏ ਜਾਂ ਮਨੁੱਖ ਦੁਆਰਾ ਬਣਾਏ ਗਏ ਆ, ਇਸ ਕਰਕੇ ਇਹਨਾਂ ਨੂੰ ਅਸੀਂ ਸੰਸਲਿਸ਼ਟ ਜਾਂ ਆਰਟੀਫੀਸ਼ੀਅਲ ਸੂਚਕ ਆਖਦੇ ਹਾਂ। ਅਗਲਾ ਹੈ ਬੱਚਿਓ ਕਿ ਮੰਨ ਲਓ ਤੁਹਾਨੂੰ 3 ਬਰਤਨ ਜਾਂ ਬੀਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਘੋਲ ਹਨ। ਇੱਕ ਵਿੱਚ ਤੇਜ਼ਾਬ ਹੋ ਸਕਦਾ ਹੈ, ਇੱਕ ਵਿੱਚ ਖਾਰ ਹੋ ਸਕਦੀ ਹੈ ਅਤੇ ਇੱਕ ਵਿੱਚ ਕਸ਼ੀਦਤ ਪਾਣੀ। ਹੁਣ ਤੁਸੀਂ ਦੱਸਣਾ ਹੈ ਕਿ ਕਿਸ ਬਰਤਨ ਵਿੱਚ ਕਿਹੜਾ ਘੋਲ ਹੈ। ਦੱਸ ਸਕਦੇ ਹੋ ਬੱਚਿਓ? ਦੇਖ ਕੇ ਆਪਾਂ ਕੀ ਦੱਸ ਸਕਦੇ ਹਾਂ ਕਿ ਕਿਸ ਬਰਤਨ ਵਿੱਚ ਕਿਹੜਾ ਘੋਲ ਹੈ? ਤਾਂ ਤੁਹਾਡਾ ਜਵਾਬ ਹੋਏਗਾ ਤਾਂ ਦੇਖ ਕੇ ਦੱਸਣਾ ਮੁਸ਼ਕਿਲ ਹੋਏਗਾ। ਇਸ ਲਈ ਆਪਾਂ ਇੱਕ ਕਿਰਿਆ ਨੂੰ ਧਿਆਨ ਨਾਲ ਦੇਖੀਏ। ਇਸ ਕਿਰਿਆ ਨੂੰ ਬੱਚਿਓ ਧਿਆਨ ਨਾਲ ਦੇਖਣਾ। ਇਸ ਵਿੱਚ 3 ਬਰਤਨ ਲਏ ਗਏ ਹਨ, ਜਿਨ੍ਹਾਂ ਉੱਤੇ A, B ਅਤੇ C ਲੇਬਲ ਕੀਤਾ ਗਿਆ ਹੈ। ਸਾਨੂੰ ਨਹੀਂ ਪਤਾ ਹੈ ਅਜੇ ਕਿ ਬਰਤਨ A ਵਿੱਚ ਕੀ ਹੈ, ਬਰਤਨ B ਵਿੱਚ ਕੀ ਹੈ ਅਤੇ ਬਰਤਨ C ਵਿੱਚ ਕੀ ਹੈ, ਭਾਵ ਕਿਹੜਾ ਕਿਹੜਾ ਘੋਲ ਹੈ। ਇਸ ਨੂੰ ਪਹਿਚਾਨਣ ਲਈ ਅਸੀਂ ਇੱਕ ਕੁਦਰਤੀ ਸੂਚਕ ਦੀ ਵਰਤੋਂ ਕਰਾਂਗੇ, ਜਿਸ ਨੂੰ ਅਸੀਂ ਲਿਟਮਸ ਪੇਪਰ ਕਹਿੰਦੇ ਹਾਂ। ਮੈਂ ਇੱਥੇ ਲਾਲ ਲਿਟਮਸ ਪੇਪਰ ਲਿਆ ਹੈ ਅਤੇ ਉਸ ਨੂੰ B ਵਾਲੇ ਘੋਲ ਵਿੱਚ ਪਾਇਆ ਹੈ। ਤੁਸੀਂ ਦੇਖ ਰਹੇ ਹੋ ਬੱਚਿਓ ਕਿ ਥੋੜਾ ਥੋੜਾ ਲਿਟਮਸ ਪੇਪਰ ਦਾ ਰੰਗ ਨੀਲਾ ਹੋਣਾ ਸ਼ੁਰੂ ਹੋ ਗਿਆ ਹੈ। ਇਹਨੂੰ ਥੋੜਾ ਜਿਹਾ ਹਿਲਾ ਵੀ ਸਕਦੇ ਹਾਂ ਆਪਾਂ ਬੱਚਿਓ ਘੋਲ ਨੂੰ, ਤਾਂ ਕਿ ਜੇਕਰ ਇਹ ਘੋਲ ਥੱਲੇ ਬੈਠਾ ਹੋਏਗਾ ਤਾਂ ਉਹ ਚੰਗੀ ਤਰ੍ਹਾਂ ਘੁਲ ਜਾਵੇ। ਹੁਣ ਫੇਰ ਆਪਾਂ ਇੱਕ ਵਾਰੀ ਇਸ ਵਿੱਚ ਲਿਟਮਸ ਪੇਪਰ ਪਾਉਨੇ ਹਾਂ। ਤੁਸੀਂ ਦੇਖ ਸਕਦੇ ਹੋ, ਸਪਸ਼ਟ ਦਿਖਾਈ ਦੇ ਰਿਹਾ ਕਿ ਇਸ ਦਾ ਰੰਗ ਨੀਲਾ ਹੋ ਗਿਆ ਹੈ। ਹੁਣ ਆਪਾਂ ਇਸ ਨੂੰ A ਵਾਲੇ ਘੋਲ ਵਿੱਚ ਪਾਵਾਂਗੇ। ਜਦੋਂ ਅਸੀਂ ਇਸ ਨੂੰ A ਵਾਲੇ ਘੋਲ ਵਿੱਚ ਪਾਇਆ, ਤੁਸੀਂ ਦੇਖਿਆ ਕਿ ਜਿਹੜਾ ਪੋਰਸ਼ਨ ਨੀਲਾ ਹੋਇਆ ਸੀ ਉਸ ਦਾ ਕੁਝ ਪੋਰਸ਼ਨ ਜਿੰਨਾ ਮੈਂ ਘੋਲ ਵਿੱਚ ਪਾਇਆ ਸੀ ਉਹ ਲਾਲ ਹੋ ਗਿਆ ਹੈ। ਠੀਕ ਹੈ। ਔਰ ਇਸ ਤੋਂ ਬਾਅਦ ਇਹਨੂੰ C ਵਿੱਚ ਪਾਇਆ ਹੈ, ਦੋਨੋਂ ਹਿੱਸਿਆਂ ਨੂੰ, ਲਾਲ ਅਤੇ ਨੀਲੇ ਵਾਲੇ ਹਿੱਸੇ ਨੂੰ, ਤਾਂ ਕੋਈ ਫਰਕ ਨਹੀਂ ਪਿਆ। ਇਸ ਤੋਂ ਕੀ ਪਤਾ ਚੱਲਦਾ ਹੈ ਕਿ ਇਹ ਬਰਤਨ ਵਿੱਚ ਤੇਜ਼ਾਬ ਹੈ, ਐਸਿਡ ਹੈ, ਕਿਉਂਕਿ ਐਸਿਡ ਨੀਲੇ ਲਿਟਮਸ ਨੂੰ ਲਾਲ ਕਰਦੇ ਹਨ। B ਵਿੱਚ ਕੀ ਹੈ? ਖਾਰ ਹੈ। B ਵਿੱਚ ਕੀ ਹੈ? ਖਾਰ ਹੈ, ਕਿਉਂਕਿ ਲਾਲ ਲਿਟਮਸ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਸੀ। ਅਤੇ C ਵਿੱਚ ਕੀ ਹੈ? ਕਸ਼ੀਦਤ ਪਾਣੀ ਹੈ, ਕਿਉਂਕਿ ਨੀਲਾ ਅਤੇ ਲਾਲ ਲਿਟਮਸ ਵਾਲਾ ਰੰਗ ਜਦੋਂ ਅਸੀਂ ਉਸ ਵਿੱਚ ਪਾਇਆ ਸੀ ਤਾਂ ਉਸ ਉੱਤੇ ਕੋਈ ਅਸਰ ਨਹੀਂ ਹੋਇਆ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ A ਵਿੱਚ ਐਸਿਡ, B ਵਿੱਚ ਬੇਸ ਅਤੇ C ਵਿੱਚ ਕਸ਼ੀਦਤ ਪਾਣੀ ਹੈ। ਮੇਰਾ ਖਿਆਲ ਬੱਚਿਓ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਲਿਟਮਸ ਦੀ ਸਹਾਇਤਾ ਦੇ ਨਾਲ ਆਪਾਂ ਇਸ ਤਰੀਕੇ ਨਾਲ ਜਾਂਚ ਕਰ
सकते हाँ। ठीक है बच्चों, इत्थे भी मैं इसे तरीके नाल तुहानूं समझाया है कि जिस बर्तन के घोल विच लाल जां नीला लिटमस पाउण ते कोई भी बदलाव नहीं आउंदा उस विच कशीदत पानी हुंदा है होएगा। जिस बर्तन के घोल विच लाल लिटमस पाउण ते कोई बदलाव नहीं आउंदा पर नीला लिटमस पाउण ते रंग लाल हो जाता है वो की है, तेजाब है। जिस बर्तन के घोल विच नीला लिटमस पाउण ते कोई बदलाव नहीं आउंदा पर लाल लिटमस पाउण ते रंग नीला हो जाता है उस बर्तन विच केड़ा घोल है, खार है। ठीक है बच्चों, इस तरीके नाल अगले प्रश्न वाल वधदे हां। पित्तल अते तांबे के बर्तनों विच दही अते खट्टियां वस्तुआं क्यों नहीं रखनियां चाहिदियां? ठीक है बच्चों, इसका जवाब की है, क्योंकि जिन्नियां भी खट्टियां वस्तुआं हैं खास करके दही जां होर पदार्थ इन्हां विच बच्चों की हुंदा है, तेजाब हुंदा है। ਇਹ ਤੇਜ਼ਾਬ ਜਦੋਂ ਧਾਤਾਂ ਦੀ ਸਤ੍ਹਾ ਨਾਲ ਕਿਰਿਆ ਕਰਦਾ ਹੈ ਤਾਂ ਜ਼ਹਿਰੀਲੇ ਯੌਗਿਕ ਬਣਾਉਂਦਾ ਹੈ ਜੋ ਕਿ ਸਾਡੇ ਸਰੀਰ ਵਿੱਚ ਜਾ ਕੇ ਸਾਡੇ ਲਈ ਹਾਨੀਕਾਰਕ ਹੋ ਸਕਦੇ ਹਨ। ਇਸ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਜੇਕਰ ਤੁਸੀਂ ਖੱਟੀਆਂ ਚੀਜ਼ਾਂ ਰੱਖਣੀਆਂ ਹੀ ਹਨ ਤੇ ਉਹਨਾਂ ਨੂੰ ਅਸੀਂ ਇਹੋ ਜਿਹੇ ਬਰਤਨਾਂ ਵਿੱਚ ਰੱਖੋ ਜਿਨ੍ਹਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਿਰਿਆ ਨਹੀਂ ਹੋ ਸਕਦੀ। ਜੇਕਰ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਬਰਤਨਾਂ ਵਿੱਚ ਰੱਖਾਂਗੇ, ਧਾਤ ਦੇ ਬਰਤਨਾਂ ਵਿੱਚ ਰੱਖਾਂਗੇ ਤਾਂ ਫਿਰ ਕੀ ਹੋਏਗਾ, ਉਸ ਦੇ ਨਾਲ ਉਹ ਪਦਾਰਥ ਜਿਹੜੇ ਹੈਗੇ ਆ ਉਹ ਜ਼ਹਿਰੀਲੇ ਹੋ ਸਕਦੇ ਹਨ, ਟਾਕਸਿਕ ਹੋ ਸਕਦੇ ਹਨ ਤੇ ਸਾਡੇ ਲਈ ਹਾਨੀਕਾਰਕ ਹੋ ਸਕਦੇ ਹਨ। ਹੁਣ ਬੱਚਿਓ ਬਹੁਤ ਵਾਰੀ ਤੁਸੀਂ ਇਹ ਗੱਲ ਸੁਣੀ ਹੋਏਗੀ ਕਿ ਤੇਜ਼ਾਬ ਨੂੰ ਹਲਕਾ ਕਰਦੇ ਸਮੇਂ ਕੀ ਕਰਨਾ ਚਾਹੀਦਾ ਹੈ। ਕੀ ਕਰਨ ਤੋਂ ਭਾਵ ਹੈ ਕਿ ਤੇਜ਼ਾਬ ਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ ਜਾਂ ਪਾਣੀ ਨੂੰ ਤੇਜ਼ਾਬ ਵਿੱਚ ਪਾਉਣਾ ਚਾਹੀਦਾ ਹੈ। ਦੋ ਬੀਕਰ ਲਏ ਹਨ, ਇੱਕ ਵਿੱਚ ਤੇਜ਼ਾਬ ਹੈ, ਇੱਕ ਵਿੱਚ ਪਾਣੀ ਹੈ। ਹੁਣ ਆਪਾਂ ਦੱਸਣਾ ਹੈ ਕਿ ਕਿਸ ਤਰ੍ਹਾਂ ਇਹ ਕਿਰਿਆ ਕੀਤੀ ਜਾ ਸਕਦੀ ਹੈ। ਬੱਚਿਓ ਧਿਆਨ ਨਾਲ ਸਮਝਣਾ ਹੈ। ਪਹਿਲੀ ਚਿੱਤਰ ਜਿਹੜਾ ਹੈ ਉਸ ਨੂੰ ਧਿਆਨ ਨਾਲ ਦੇਖੋ। ਇਸ ਵਿੱਚ ਕੀ ਕੀਤਾ ਜਾ ਰਿਹਾ ਹੈ ਕਿ ਜਿਸ ਬੀਕਰ ਵਿੱਚ ਤੇਜ਼ਾਬ ਹੈ ਉਸ ਵਿੱਚ ਪਾਣੀ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਕੀ ਹੋਏਗਾ, ਬਹੁਤ ਜ਼ਿਆਦਾ ਮਾਤਰਾ ਵਿੱਚ ਤਾਪ ਪੈਦਾ ਹੋਏਗਾ ਕਿਉਂਕਿ ਇਹ ਇੱਕ ਤਾਪ ਨਿਕਾਸੀ ਕਿਰਿਆ ਹੈ ਜਿਸ ਨਾਲ ਕੀ ਹੋਏਗਾ ਕਿ ਜ਼ਿਆਦਾ ਤਾਪ ਪੈਦਾ ਹੋਣ ਨਾਲ ਜਿਸ ਬਰਤਨ ਵਿੱਚ ਐਸਿਡ ਜਾਂ ਤੇਜ਼ਾਬ ਰੱਖਿਆ ਹੈ ਉਹ ਟੁੱਟ ਸਕਦਾ ਹੈ, ਫਟ ਸਕਦਾ ਹੈ ਤੇ ਬਲਾਸਟ ਵੀ ਹੋ ਸਕਦਾ ਹੈ, ਕੋਈ ਵੀ ਘਟਨਾ ਵਾਪਰ ਸਕਦੀ ਹੈ। ਜਦੋਂ ਕਿ ਦੂਸਰੇ ਪਾਸੇ ਆਪਾਂ ਪਾਣੀ ਬੀਕਰ ਵਿੱਚ ਲਿਆ ਹੈ ਅਤੇ ਉਸ ਵਿੱਚ ਹੌਲੀ ਹੌਲੀ ਬੂੰਦ ਬੂੰਦ ਕਰਕੇ ਐਸਿਡ ਜਿਹੜਾ ਹੈ ਉਹ ਪਾ ਰਹੇ ਹਾਂ। ਇਸ ਨਾਲ ਕੀ ਹੋਏਗਾ, ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਪੈਦਾ ਹੋਏਗੀ। ਪਰ ਫਿਰ ਵੀ ਇੱਥੇ ਵੀ ਧਿਆਨ ਰੱਖਣਾ ਹੈ ਬੱਚਿਓ, ਇੱਕਦਮ ਤੁਸੀਂ ਐਸਿਡ ਜਿਹੜਾ ਹੈ ਉਹ ਪਾਣੀ ਵਿੱਚ ਨਹੀਂ ਪਾਉਣਾ, ਤਾਂ ਵੀ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ ਕਿਉਂਕਿ ਤਾਪ ਨਿਕਾਸੀ ਕਿਰਿਆ ਤਾਂ ਹੈ ਹੀ ਹੈ। ਇਸ ਕਰਕੇ ਜਦੋਂ ਵੀ ਤੁਸੀਂ ਤੇਜ਼ਾਬ ਨੂੰ ਹਲਕਾ ਕਰਨਾ ਹੈ ਤਾਂ ਹਮੇਸ਼ਾ ਕੀ ਕਰਨਾ ਹੈ, ਪਾਣੀ ਵਿੱਚ ਬੂੰਦ-ਬੂੰਦ ਕਰਕੇ ਐਸਿਡ ਜਾਂ ਤੇਜ਼ਾਬ ਪਾਉਣਾ ਹੈ, ਨਾ ਕਿ ਐਸਿਡ ਵਿੱਚ ਪਾਣੀ। ਇਸ ਕਿਰਿਆ ਨੂੰ ਆਪਾਂ ਦੱਸਿਆ ਕਿ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਹੈ, ਜਦਕਿ ਇਸ ਤਰ੍ਹਾਂ ਅਸੀਂ ਇਸ ਨੂੰ ਪਰਫਾਰਮ ਕਰ। ਹੁਣ ਬੱਚਿਓ ਅਗਲੇ ਪ੍ਰਸ਼ਨ ਤੇ ਆਉਨੇ ਆਪਾਂ। ਬਹੁਤ ਵਾਰੀ ਤੁਸੀਂ ਦੇਖਿਆ ਕਿ ਧਾਤਾਂ ਜਦੋਂ ਤੇਜ਼ਾਬ ਨਾਲ ਕਿਰਿਆ ਕਰਦੀਆਂ, ਰਿਐਕਟ ਕਰਦੀਆਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਗੈਸ ਪੈਦਾ ਹੁੰਦੀ ਹੈ ਤੇ ਅਸੀਂ ਆਪਾਂ ਇਸ ਦੀ ਜਾਂਚ ਕਿਵੇਂ ਕਰਦੇ ਹਾਂ। ਠੀਕ ਹੈ ਬੱਚਿਓ, ਆ ਕੁਝ ਧਾਤਾਂ ਆਪਾਂ ਪਰਖ ਨਲੀ ਵਿੱਚ ਲਈਆਂ ਹਨ। ਹੁਣ ਆਪਾਂ ਇਹਨਾਂ ਦੀ ਜਾਂਚ ਜਿਹੜੀ ਹੈਗੀ ਆ ਉਹ ਕਰਨੀ ਹੈ ਕਿ ਕਿਹੜੀ ਗੈਸ ਨਿਕਲਦੀ ਹੈ ਅਤੇ ਉਸ ਨੂੰ ਆਪਾਂ ਕਿਵੇਂ ਟੈਸਟ ਕਰ ਸਕਦੇ। ਧਿਆਨ ਦੇ ਨਾਲ ਬੱਚਿਓ ਤੁਸੀਂ ਦੇਖਣਾ ਹੈ। ਹੁਣ ਜਦੋਂ ਬੱਚਿਓ ਧਾਤਾਂ ਤੇਜ਼ਾਬ ਨਾਲ ਕਿਰਿਆ ਕਰਦੀਆਂ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ, ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਤੁਸੀਂ ਦੇਖ ਰਹੇ ਹੋ ਇਸ ਵਿੱਚ ਹਾਈਡਰੋਕਲੋਰਿਕ ਐਸਿਡ ਅਤੇ ਮੈਗਨੀਸ਼ੀਅਮ ਦੇ ਪੀਸ ਪਾਏ ਗਏ ਹਨ ਤੇ ਜਦੋਂ ਇਹ ਗੈਸ ਪੈਦਾ ਹੋਏਗੀ ਉਸ ਦੇ ਲਾਗੇ ਜਦੋਂ ਆਪਾਂ ਮੋਮਬੱਤੀ ਲੈ ਕੇ ਜਾਂਦੇ ਆ ਤਾਂ ਫਿਰ ਉਹ
पॉप की आवाज़ जिहड़ी हैगी वो आएगी। ये दो रिएक्शनस तुहानूं समझाए गए आ। जिंक प्लस हाइड्रोक्लोरिक एसिड जिंक क्लोराइड ते हाइड्रोजन गैस बनेगी, ਜਾਂ जिंक ਨੂੰ ਜਦੋਂ ਅਸੀਂ ਸਲਫਿਊਰਿਕ ਐਸਿਡ ਨਾਲ ਕਿਰਿਆ ਕਰਾਵਾਂਗੇ ਤਾਂ जिंक सल्फेट ਤੇ ਹਾਈਡਰੋਜਨ ਗੈਸ ਪੈ। ਇਸ ਕਿਰਿਆ ਨੂੰ ਧਿਆਨ ਨਾਲ ਬੱਚਿਓ ਦੇਖੋ। ਇਸ ਵਿੱਚ ਸਾਨੂੰ ਟੈਸਟ ਟਿਊਬਸ ਹਨ, ਟੈਸਟ ਟਿਊਬ, ਪਤਲਾ ਸਲਫਿਊਰਿਕ ਐਸਿਡ, जिंक ਦੇ ਟੁਕੜੇ, ਸਾਬਣ, ਟੱਬ, ਪਾਣੀ, ਮੋਮਬੱਤੀ। ਹੁਣ ਅਸੀਂ जिंक ਇਸ ਵਿੱਚ ਟੈਸਟ ਟਿਊਬ ਵਿੱਚ ਪਾ ਰਹੇ ਹਾਂ, ਜਿਸ ਵਿੱਚ ਪਹਿਲਾਂ ਹੀ ਪਤਲਾ ਸਲਫਿਊਰਿਕ ਐਸਿਡ ਪਾਇਆ ਹੋਇਆ ਹੈ। ਤੁਸੀਂ ਕੀ ਆਬਜ਼ਰਵ ਕਰ ਰਹੇ ਹੋ ਕਿ ਇਸ ਵਿੱਚੋਂ ਗੈਸ ਨਿਕਲ ਰਹੀ ਹੈ, ਇਸ ਵਿੱਚੋਂ ਬਬਲਸ ਜਿਹੜੇ ਹੈਗੇ ਆ ਉਹ ਨਿਕਲ ਰਹੇ ਹਨ। ਠੀਕ ਹੈ ਬੱਚਿਓ, ਹੁਣ ਅਸੀਂ ਇਸ ਦੇ ਨਾਲ ਇੱਕ ਨਿਕਾਸ ਨਲੀ ਦੇ ਨਾਲ ਇਸ ਨੂੰ ਫਿੱਟ ਕਰਕੇ ਟੱਬ ਉੱਤੇ ਇਕੱਠਾ ਕਰ ਲੈਣਾ ਹੈ। ਧਿਆਨ ਨਾਲ ਦੇਖਣਾ ਹੈ ਬੱਚਿਓ, ਇਹ ਬਬਲਸ ਜਿਹੜੇ ਹੈਗੇ ਆ, ਇਹ ਗੈਸ ਜਿਹੜੀ ਹੈਗੀ ਆ, ਇਹ ਹੌਲੀ ਹੌਲੀ ਇੱਥੋਂ ਦੀ ਜਾ ਕੇ ਇਸ ਟੈਸਟ ਟਿਊਬ ਰਾਹੀਂ ਜਾ ਕੇ ਇਸ ਨਿਕਾਸ ਨਲੀ ਰਾਹੀਂ ਹੋ ਕੇ ਇੱਥੇ ਪਹੁੰਚ ਰਹੀ ਹੈ। ਹੁਣ ਅਸੀਂ ਮੋਮਬੱਤੀ ਨੂੰ ਇਸ ਅੱਗੇ ਲੈ ਕੇ ਜਾਂਦੇ ਹਾਂ ਤਾਂ ਤੁਸੀਂ ਕੀ ਆਬਜ਼ਰਵ ਕਰੋਗੇ ਕਿ ਮੋਮਬੱਤੀ ਜਿਹੜੀ ਹੈਗੀ ਆ ਉਹ ਪੌਪ ਦਾ ਆਵਾਜ਼ ਕਰਕੇ ਬੰਦ ਹੋ ਜਾਏਗੀ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਇਸ ਵਿੱਚ ਕਿਹੜੀ ਗੈਸ ਪੈਦਾ ਹੋਈ ਬੱਚਿਓ? ਹਾਈਡਰੋਜਨ ਗੈਸ ਪੈਦਾ ਹੋਈ ਹੈ। ਹਾਈਡਰੋਜਨ ਗੈਸ ਜਿਹੜੀ ਹੈਗੀ ਆ ਉਹ ਜਦੋਂ ਵੀ ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹਨ ਤਾਂ ਇੱਕ ਲੂਣ ਪੈਦਾ ਹੁੰਦੇ ਹਨ, ਤਾਂ ਫਿਰ ਨਾਲ ਹਾਈਡਰੋਜਨ ਗੈਸ ਜਿਹੜੀ ਹੈਗੀ ਆ ਉਹ ਪੈਦਾ ਹੁੰਦੀ ਹੈ। ਇਸ ਨੂੰ ਧਿਆਨ ਦੇ ਨਾਲ ਤੁਸੀਂ ਸਮਝ ਲੈਣਾ ਹੈ। ਮੇਰਾ ਖਿਆਲ ਤੁਹਾਨੂੰ ਸਮਝ ਲੱਗ ਗਈ। ਹੁਣ ਬੱਚਿਓ ਅੱਗੇ ਵਧਦੇ ਹਾਂ। ਅਗਲਾ ਕੁਐਸਚਨ ਹੈ, ਇੱਕ ਧਾਤਵੀ ਕਾਰਬੋਨੇਟ ਜਦੋਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਕਰਦਾ ਹੈ ਤਾਂ ਬੁੱਧ ਪਦਾਰਥ ਜਿਹੀ ਪੈਦਾ ਹੁੰਦੀ ਹੈ ਤੇ ਜਿਹੜੀ ਗੈਸ ਪੈਦਾ ਹੁੰਦੀ ਹੈ ਉਹ ਮੋਮਬੱਤੀ ਨੂੰ ਬੁਝਾ ਦਿੰਦੀ ਹੈ। ਆਪਾਂ ਦੱਸਣਾ ਹੈ ਕਿ ਇਹ ਕਿਹੜੀ ਗੈਸ ਹੈ। ਇਸ ਵਿੱਚ ਦੇਖੋ ਬੱਚਿਓ, ਅਸੀਂ ਇੱਕ ਧਾਤਵੀ ਕਾਰਬੋਨੇਟ ਲਿਆ ਹੈ, ਪਤਲਾ ਹਾਈਡਰੋਕਲੋਰਿਕ ਐਸਿਡ ਲਿਆ ਹੈ, ਸੋਡੀਅਮ ਕਾਰਬੋਨੇਟ ਆਪਾਂ ਲਿਆ ਹੈ, ਨਾਲ ਹਾਈਡਰੋਕਲੋਰਿਕ ਐਸਿਡ ਲਿਆ ਹੈ। ਇਸ ਨੂੰ ਅਸੀਂ ਇਸ ਉਪਕਰਨ ਰਾਹੀਂ ਇੱਥੇ ਅਸੀਂ ਇਕੱਠਾ ਕਰ ਰਹੇ ਹਾਂ। ਇਸ ਵਿੱਚ ਅਸੀਂ ਲਾਈਮ ਵਾਟਰ ਜਾਂ ਚੂਨੇ ਦਾ ਪਾਣੀ ਅਸੀਂ ਲਿਆ ਹੈ। ਠੀਕ ਹੈ ਬੱਚਿਓ, ਹੁਣ ਇਸ ਕਿਰਿਆ ਦੌਰਾਨ ਕਿਹੜੀ ਗੈਸ ਪੈਦਾ ਹੁੰਦੀ ਹੈ? ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ। ਯਾਦ ਰੱਖਣਾ ਹੈ ਬੱਚਿਓ, ਇਸ ਦੀ समीकरण की है? कैल्शियम कार्बोनेट प्लस हाइड्रोक्लोरिक एसिड की पैदा होएगा? कैल्शियम क्लोराइड प्लस पानी प्लस कार्बन डाइऑक्साइड। ये जिहड़ी बुद्ध पदार्थ की जिहड़ी सीगी वो कार्बन डाइऑक्साइड गैस करके ही जिहड़ी सीगी वो पैदा हुई सीगी। इत्थे देखो बच्चों, कैल्शियम कार्बोनेट नूं रखिया होया, उस विच असीं हाइड्रोक्लोरिक एसिड पाया है ਤੇ ਇਹ ਅਸੀਂ ਇਸ ਤਰੀਕੇ ਨਾਲ ਇਸ ਜਾਰ ਵਿੱਚ ਅਸੀਂ ਕਾਰਬਨ ਡਾਈਆਕਸਾਈਡ ਗੈਸ ਇਕੱਠੀ ਕਰ ਰਹੇ ਹਾਂ। ਕਾਰਬਨ ਡਾਈਆਕਸਾਈਡ ਗੈਸ ਦੇ ਵਿੱਚ ਬੱਚਿਓ ਇੱਕ ਖਾਸ ਗੁਣ ਹੁੰਦਾ ਹੈ ਕਿ ਇਹ ਅੱਗ ਬੁਝਾਉਣ ਦਾ ਕੰਮ ਕਰਦੀ ਹੈ ਔਰ ਇਸੇ ਕਰਕੇ ਇਹ ਮੋਮਬੱਤੀ ਨੂੰ ਬੁਝਾ ਦਿੰਦੀ ਹੈ। ਆਮ ਤੌਰ ਤੇ ਜਿਹੜੇ ਅੱਗ ਬੁਝਾਊ ਯੰਤਰ ਹੈਗੇ ਆ ਉਹਨਾਂ ਵਿੱਚ ਵੀ ਬੱਚਿਓ ਜਿਹੜੀ ਕਿਰਿਆ ਹੁੰਦੀ ਹੈ ਉਹ ਉਸ ਕਿਰਿਆ ਦੇ ਦੌਰਾਨ ਕਾਰਬਨ ਡਾਈਆਕਸਾਈਡ ਗੈਸ ਹੀ ਪੈਦਾ ਹੁੰਦੀ ਹੈ ਜੋ ਅੱਗ ਨੂੰ बुझा दिंदी है। ਤੁਹਾਨੂੰ एक होर प्रश्न पता लग गया कि अग बुझाऊ यंत्रां विच किहड़ी गैस जिहड़ी हैगी अग बुझाउण दा काम करदी है, ਤਾਂ ਤੁਹਾਡਾ जवाब की होएगा बच्चों? कार्बन डाइऑक्साइड। ਹੁਣ ਬੱਚਿਓ अगले क्वेश्चन है ਬੱਚਿਓ ਆਪਣੇ ਕੋਲ कि आयनीकरण ਜਾਂ आयोनाइजेशन ਤੋਂ ਕੀ ਭਾਵ ਹੈ? आयोनाइजेशन ਕੀ ਹੈ ਬੱਚਿਓ ਕਿ ਉਹ ਕਿਰਿਆ ਜਿਸ ਵਿੱਚ ਕੋਈ ਤੇਜ਼ਾਬ ਜਾਂ ਖਾਰ ਪਾਣੀ ਵਿੱਚ ਘੁਲ ਕੇ ਆਇਨ ਬਣਾਉਂਦੇ ਹਨ, ਉਸ ਨੂੰ ਅਸੀਂ ਕੀ ਕਹਿੰਦੇ ਆ? आयोनाइजेशन। ਇਸ ਵਿੱਚ ਦੇਖੋ ਬੱਚਿਓ, ਐਸਿਡ ਹੈ, ਜਦੋਂ ਅਸੀਂ ਇਸ ਨੂੰ ਪਾਣੀ ਵਿੱਚ ਪਾਇਆ ਹੈ ਤਾਂ ਐਸਿਡ ਦੇ ਵਿੱਚੋਂ H+ ਆਇਨ ਜਿਹੜੇ ਹੈਗੇ ਆ ਉਹ ਬਣ ਗਏ ਹਨ। ਇਸੇ ਤਰੀਕੇ ਨਾਲ ਜਦੋਂ ਬੇਸ ਨੂੰ ਖਾਰ ਨੂੰ ਪਾਣੀ ਵਿੱਚ ਪਾਇਆ ਹੈ ਤਾਂ OH ਹਾਈਡਰੋਕਸਲ ਆਇਨ ਜਿਹੜੇ ਹੈਗੇ ਉਹ ਬਣ ਗਏ ਹਨ।
ਇਸੇ ਤਰੀਕੇ ਨਾਲ ਬੱਚੋ ਇੱਕ ਹੋਰ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ, ਜਿੰਨੇ ਵੀ ਸਟਰੋਂਗ ਐਸਿਡਸ ਹੈਗੇ ਬੱਚੋ, ਸਲਫਿਊਰਿਕ ਐਸਿਡ, ਨਾਈਟ੍ਰਿਕ ਐਸਿਡ, ਹਾਈਡਰੋਕਲੋਰਿਕ ਐਸਿਡ, ਇਹ ਜਦੋਂ ਪਾਣੀ ਵਿੱਚ ਘੁਲਦੇ ਹਨ ਤਾਂ ਇਹ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਉਹ ਡਿਸੋਸੀਏਟ ਹੋ ਜਾਂਦੇ ਹਨ, ਭਾਵ ਇਹਨਾਂ ਦਾ 100% ਆਇਨੀਕਰਨ ਹੋ ਜਾਂਦਾ ਹੈ, ਆਇਓਨਾਈਜੇਸ਼ਨ ਹੋ ਜਾਂਦੀ ਹੈ। ਇਸੇ ਕਰਕੇ ਇਹ ਬਹੁਤ ਚੰਗੇ ਬਿਜਲੀ ਦੇ ਚਾਲਕ ਬਣ ਜਾਂਦੇ ਹਨ ਜਦੋਂ ਪਾਣੀ ਘੁਲਿਆ ਜਾਂਦਾ ਹੈ। ਠੀਕ ਹੈ ਬੱਚਿਓ, ਹੁਣ ਪ੍ਰਸ਼ਨ ਵੀ ਆਪਣਾ ਅਗਲਾ ਇਹੀ ਆ ਕਿ ਹਾਈਡਰੋਕਲੋਰਿਕ ਐਸਿਡ, ਨਾਈਟ੍ਰਿਕ ਐਸਿਡ, ਸਲਫਿਊਰਿਕ ਐਸਿਡ ਵਰਗੇ ਯੌਗਿਕ ਜਿਹੜੇ ਹੈਗੇ ਆ ਉਹ ਤਾਂ ਜਲੀ ਘੋਲ ਵਿੱਚ ਤੇਜ਼ਾਬੀ ਗੁਣ ਦਰਸਾਉਂਦੇ ਹਨ, ਜਦੋਂ ਕਿ ਅਲਕੋਹਲ ਅਤੇ ਗਲੂਕੋਜ਼ ਵਰਗੇ ਯੌਗਿਕ ਅਜਿਹੇ ਗੁਣ ਨਹੀਂ ਦਰਸਾਉਂਦੇ। ਕਿਉਂ? ਇੱਥੇ ਆਪਾਂ ਬੱਚੋ ਦੇਖ ਰਹੇ ਹਾਂ ਕਿ ਜਦੋਂ ਆਪਾਂ ਐਸਿਡ ਪਾਇਆ ਹੈ ਤਾਂ ਬਲਬ ਜਗ ਰਿਹਾ ਹੈ, ਜਦੋਂ ਅਸੀਂ ਗਲੂਕੋਜ਼ ਦਾ ਸੋਲੂਸ਼ਨ ਪਾਇਆ ਹੈ ਤੇ ਬਲਬ ਨਹੀਂ ਜਗ ਰਿਹਾ ਹੈ। ਠੀਕ ਹੈ ਬੱਚਿਓ, ਆਓ ਇਸ ਦਾ ਕਾਰਨ ਵੀ ਆਪਾਂ ਜਾਣਾਂਗੇ। ਕਾਰਨ ਫਿਰ ਹੈਗਾ ਬੱਚਿਓ, ਕਿਉਂਕਿ ਜਿਹੜੇ ਐਸਿਡਸ ਹੈਗੇ ਆ ਬੱਚਿਓ ਉਹਨਾਂ ਦਾ ਪੂਰੀ ਤਰ੍ਹਾਂ ਆਇਓਨਾਈਜੇਸ਼ਨ ਹੋ ਜਾਂਦੀ ਹੈ। ਵਾਈ ਡਸ ਦਾ ਐਕੁਅਸ ਸੋਲੂਸ਼ਨ ਆਫ ਐਨ ਐਸਿਡ ਕੰਡਕਟ ਇਲੈਕਟ੍ਰਿਸਿਟੀ? ਦੇਖੋ ਬੱਚਿਓ, ਐਸਿਡ ਹੈ, ਐਸਿਡ ਦਾ ਆਇਓਨਾਈਜੇਸ਼ਨ ਹੋ ਕੇ ਇੱਕ ਹਾਈਡਰੋਜਨ ਆਇਨ ਬਣ ਗਿਆ, ਕੈਟਾਇਨ ਤੇ ਇੱਕ ਐਨਾਇਨ। ਹੁਣ ਇਹਦੇ ਵਿੱਚ ਆਇਨ H ਆਇਨ ਤੇ ਐਨਾਇਨ ਦੋਨੋਂ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਕੀ ਹੈਗਾ ਕਿ ਇਹ ਆਇਨਸ ਜਿਹੜੇ ਹੈਗੇ ਆ ਪੋਜ਼ਿਟਿਵ ਅਤੇ ਨੈਗੇਟਿਵ ਚਾਰजेस ਦੇ ਕੀ ਹੁੰਦੇ ਆ, ਕੈਰੀਅਰਸ ਹੁੰਦੇ ਹਨ। ਮਤਲਬ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਹੁੰਚਾਉਂਦੇ ਹਨ, ਜਦ ਕਿ ਗਲੂਕੋਜ਼ ਜਾਂ ਅਲਕੋਹਲ ਵਿੱਚ ਇਸ ਤਰ੍ਹਾਂ ਦਾ ਆਇਨੀਕਰਨ ਨਹੀਂ ਹੁੰਦਾ। ਇਸੇ ਕਰਕੇ ਕੀ ਹੁੰਦਾ ਹੈ ਬੱਚਿਓ ਕਿ ਜਿਹੜੇ ਐਸਿਡਸ ਹੈਗੇ ਆ ਉਹ ਜਲੀ ਘੋਲ ਦੇ ਵਿੱਚ ਚਾਲਕਤਾ ਨੂੰ ਦਰਸਾਉਂਦੇ ਹਨ, ਭਾਵ ਆਪਣੇ ਵਿੱਚੋਂ ਦੀ ਬਿਜਲੀ ਲੰਘਣ ਦਿੰਦੇ ਹਨ, ਜਦੋਂ ਕਿ ਗਲੂਕੋਜ਼ ਅਤੇ ਅਲਕੋਹਲ ਵਰਗੇ ਘੋਲਾਂ ਦਾ ਆਇਓਨਾਈਜੇਸ਼ਨ ਜਾਂ ਆਇਨੀਕਰਨ ਨਾ ਹੋਣ ਕਰਕੇ ਉਹ ਆਪਣੇ ਵਿੱਚੋਂ ਬਿਜਲੀ ਨਹੀਂ ਲੰਘਣ ਦਿੰਦੇ। ਹੁਣ ਬੱਚਿਓ ਆਪਾਂ ਇਹ ਚੈੱਕ ਕਰਨਾ ਹੈ ਕਿ ਕੀ ਕਸ਼ੀਦਤ ਪਾਣੀ ਬਿਜਲੀ ਦਾ ਚਾਲਕ ਹੁੰਦਾ ਹੈ ਕਿ ਨਹੀਂ ਹੁੰਦਾ ਹੈ, ਜਾਂ ਮੀਂਹ ਦਾ ਪਾਣੀ ਹੁੰਦਾ ਹੈ। ਇਸ ਕਿਰਿਆ ਨੂੰ ਬੱਚਿਓ ਧਿਆਨ ਨਾਲ ਦੇਖਣਾ ਹੈ, ਬਿਲਕੁਲ ਧਿਆਨ ਨਾਲ ਦੇਖਣਾ ਹੈ ਬੱਚਿਓ ਇਸ ਕਿਰਿਆ ਨੂੰ। ਆਪਾਂ ਇਸ ਵਿੱਚ ਆਪਾਂ ਇੱਕ ਬਲਬ ਲਿਆ ਹੈ, ਹੋਲਡਰ ਵਿੱਚ ਲਗਾਇਆ ਹੋਇਆ, ਇੱਕ ਪਲਾਸਟਿਕ ਦਾ ਬਰਤਨ ਲਿਆ ਹੈ, ਬਲਬ ਤੋਂ ਨਿਕਲੇ ਹੋਏ ਇੱਕ ਟਰਮੀਨਲ ਨੂੰ ਆਪਾਂ ਇਸ ਪਲਾਸਟਿਕ ਦੇ ਬਰਤਨ ਵਿੱਚ ਲਗਾ ਦਿੱਤਾ ਹੈ, ਇੱਕ ਦੂਸਰੇ ਟਰਮੀਨਲ ਨੂੰ ਬਲਬ ਨੂੰ ਆਪਾਂ ਬੈਟਰੀ ਨਾਲ ਜੋੜ ਦਿੱਤਾ ਹੈ ਤੇ ਬੈਟਰੀ ਤੋਂ ਇੱਕ ਟਰਮੀਨਲ ਨੂੰ ਆਪਾਂ ਹੋਰ ਲਗਾਵਾਂਗੇ ਜਿਸ ਨੂੰ ਅਸੀਂ ਓਪਨ ਰੱਖਦੇ ਹਾਂ ਹਜੇ। ਠੀਕ ਹੈ ਬੱਚਿਓ, ਹੁਣ ਅਸੀਂ ਕੀ ਕਰਾਂਗੇ, ਇਸ ਟੱਬ ਵਿੱਚ, ਇਸ ਬਰਤਨ ਵਿੱਚ ਡਿਸਟਿਲਡ ਵਾਟਰ, ਕਸ਼ੀਦਤ ਪਾਣੀ ਜਿਹੜਾ ਹੈਗਾ ਉਹ ਅਸੀਂ ਪਾਵਾਂਗੇ। ਕਸ਼ੀਦਤ ਪਾਣੀ ਪਾਉਣ ਤੋਂ ਬਾਅਦ ਜਿਹੜਾ ਟਰਮੀਨਲ ਅਸੀਂ ਅਲੱਗ ਰੱਖਿਆ ਹੋਇਆ ਸੀ ਉਸ ਨੂੰ ਅਸੀਂ ਇਸ ਪਾਣੀ ਦੇ ਵਿੱਚ ਲਗਾਵਾਂਗੇ ਤਾਂ ਤੁਸੀਂ ਕੀ ਆਬਜ਼ਰਵ ਕਰੋਗੇ ਬੱਚਿਓ, ਕੀ ਬਲਬ ਜਗੇਗਾ? ਦੇਖੋ ਬੱਚਿਓ, ਬਲਬ ਨਹੀਂ ਜਗਿਆ। ਇਸ ਦਾ ਮਤਲਬ ਕੀ ਹੋਇਆ ਕਿ ਕਸ਼ੀਦਤ ਪਾਣੀ ਬਿਜਲੀ ਦਾ ਚਾਲਕ ਨਹੀਂ ਹੁੰਦਾ। ਹੁਣ ਅਸੀਂ ਕੀ ਕਰਾਂਗੇ, ਇਸ ਨੂੰ ਮੀਂਹ ਦਾ ਪਾਣੀ ਬਣਾਉਣ ਲਾਵਾਂਗੇ। ਹੁਣ ਆਪਾਂ ਮੀਂਹ ਦਾ ਪਾਣੀ ਇਸ ਵੇਲੇ ਤਾਂ ਨਹੀਂ ਇਕੱਠਾ ਕਰ ਸਕਦੇ, ਅਸੀਂ ਇਸ ਵਿੱਚ ਕੁਝ ਲੂਣ ਘੋਲ ਦੇਵਾਂਗੇ, ਕਿਉਂਕਿ ਮੀਂਹ ਦੇ ਪਾਣੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੈਸਾਂ ਅਤੇ ਲੂਣ ਘੁਲੇ ਹੁੰਦੇ ਹਨ। ਇਸ ਕਰਕੇ ਅਸੀਂ ਕੀ ਕਰਾਂਗੇ, ਹੁਣ ਇਸ ਵਿੱਚ ਜਦੋਂ ਅਸੀਂ ਲੂਣ ਘੋਲਿਆ ਹੈ ਤੁਸੀਂ ਦੇਖੋ ਕਿ ਬਲਬ ਜਗਣਾ ਸ਼ੁਰੂ ਹੋ ਗਿਆ ਹੈ। ਅਸੀਂ ਕੀ ਕਰਾਂਗੇ, ਹੁਣ ਅਸੀਂ ਇਸ ਲੂਣ ਨੂੰ ਥੋੜਾ ਹੋਰ ਜ਼ਿਆਦਾ ਚੰਗੀ ਤਰ੍ਹਾਂ ਘੋਲਾਂਗੇ ਤਾਂ ਫਿਰ ਦੇਖਾਂਗੇ ਕਿ ਕੀ ਬਲਬ ਦੀ ਰੌਸ਼ਨੀ ਤੇਜ਼ ਹੋਈ ਜਾਂ ਨਹੀਂ ਹੋਈ। ਪਰ ਇੱਕ ਗੱਲ ਤਾਂ ਸਾਨੂੰ ਪਤਾ ਲੱਗ ਗਈ ਹੈ ਕਿ ਮੀਂਹ ਦੇ ਪਾਣੀ ਵਿੱਚ ਲੂਣ ਘੁਲੇ ਹੋਣ ਕਰਕੇ ਹੁਣ ਇਹ ਬਿਜਲੀ ਦਾ ਕੀ ਹੋ ਗਿਆ ਹੈ, ਚਾਲਕ ਹੋ ਗਿਆ। ਦੇਖੋ ਬੱਚਿਓ, ਧਿਆਨ ਨਾਲ ਦੇਖਿਓ, ਬਲਬ ਦੀ ਰੌਸ਼ਨੀ ਵੱਧ ਰਹੀ ਹੈ। ਇਸ ਤੋਂ ਕੀ ਪਤਾ ਲੱਗਦਾ ਹੈ ਕਿ ਮੀਂਹ ਦਾ ਪਾਣੀ ਬਿਜਲੀ ਦਾ ਚਾਲਕ ਹੁੰਦਾ ਹੈ। ਕਿਉਂ ਹੁੰਦਾ ਹੈ? ਉਸ ਦਾ ਕਾਰਨ ਤੁਸੀਂ ਜਾਣ ਹੀ ਗਏ ਬੱਚਿਓ, ਕਿਉਂਕਿ ਉਸ ਵਿੱਚ ਕਈ ਪ੍ਰਕਾਰ ਦੇ ਲੂਣ ਘੁਲੇ ਹੁੰਦੇ ਹਨ। ਸਮਝ ਗਏ ਬੱਚਿਓ ਮੇਰੀ ਗੱਲ? ਆਓ ਅੱਗੇ ਵਧੀਏ, ਹੋਰ ਲੂਣ ਪਾ ਕੇ ਆਪਾਂ ਇਸ ਨੂੰ ਤੇਜ਼ ਵੀ ਕਰ ਸਕਦੇ ਹਾਂ, ਪਰ ਆਪਾਂ ਹੁਣ ਅੱਗੇ ਵਧਦੇ ਹਾਂ।
इस क्रिया विच तुसीं की देखिया है, बिल्कुल वो मैं तुहानूं समझा ही दिता है कि जदों कशीदत पानी सी तो बल्ब नहीं जगिया सी, पर जदों उस विच कुछ लूण घोलिया गया तो बल्ब जगन लग पिया। इसका मतलब होया कि कशीदत पानी शुद्ध पानी सी ਅਤੇ ਉਸ ਵਿੱਚ ਕਿਸੇ ਕਿਸਮ ਦਾ ਲੂਣ ਨਹੀਂ ਘੁਲਿਆ ਸੀ ਤੇ ਉਸ ਦਾ ਆਇਨੀਕਰਨ ਨਹੀਂ ਹੁੰਦਾ। ਮੀਂਹ ਦੇ ਪਾਣੀ ਵਿੱਚ ਬਹੁਤ ਸਾਰੀਆਂ ਗੈਸਾਂ ਤੇ ਲੂਣ ਘੁਲੇ ਹੋਣ ਕਰਕੇ ਉਹਨਾਂ ਦਾ ਆਇਨੀਕਰਨ ਹੋ ਜਾਂਦਾ, ਜਿਸ ਕਰਕੇ ਬਿਜਲੀ ਦਾ ਚਾਲਨ ਹੋ ਜਾਂਦਾ ਹੈ ਤੇ ਬਲਬ ਜਗ ਗਿਆ ਸੀ। ਠੀਕ ਹੈ ਬੱਚਿਓ, ਆਓ ਆਪਾਂ ਹੁਣ ਇੱਕ ਅਗਲੀ ਕਿਰਿਆ ਕਰੀਏ। ਉਦਾਸੀਨੀਕਰਨ ਕਿਰਿਆ ਕਿਸ ਨੂੰ ਕਹਿੰਦੇ ਹਨ ਬੱਚਿਓ? ਉਦਾਸੀਨੀਕਰਨ ਕਿਰਿਆ ਕੀ ਹੈ? ਜਦੋਂ ਤੇਜ਼ਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਦੇ ਹਨ ਅਤੇ ਲੂਣ ਅਤੇ ਪਾਣੀ ਬਣਦੇ ਹਨ, ਇਸ ਨੂੰ ਅਸੀਂ ਕੀ ਕਹਿੰਦੇ ਆ? ਨਿਊਟਰਲਾਈਜੇਸ਼ਨ। ਐਸਿਡ ਪਲਸ ਬੇਸ ਕੀ ਬਣਿਆ? ਸਾਲਟ ਪਲਸ ਵਾਟਰ। ਠੀਕ ਹੈ ਬੱਚਿਓ, ਆਓ ਅਸੀਂ ਇਸ ਲਈ ਵੀ ਇੱਕ ਕਿਰਿਆ ਕਰੀਏ। ਧਿਆਨ ਨਾਲ ਬੱਚਿਓ ਇਸ ਕਿਰਿਆ ਨੂੰ ਸਮਝਣਾ ਹੈ। ਆਪਾਂ ਇੱਕ ਟੈਸਟ ਟਿਊਬ ਦੇ ਵਿੱਚ ਕੁਝ ਬੇਸ ਲਿਆ ਹੈ, ਖਾਰ ਲਈ ਹੈ ਅਤੇ ਉਸ ਵਿੱਚ ਕੁਝ ਬੂੰਦਾਂ ਫਿਨੋਲ ਫਿਥਲੀਨ ਦੀਆਂ ਪਾਵਾਂਗੇ, ਜਿਸ ਨਾਲ ਕੀ ਹੋ ਰਿਹਾ ਹੈ ਕਿ ਉਸ ਖਾਰ ਦਾ ਘੋਲ ਦਾ ਰੰਗ ਗੁਲਾਬੀ ਹੋ ਗਿਆ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਕੀ ਕਰਾਂਗੇ? ਇਸ ਵਿੱਚ ਕੁਝ ਬੂੰਦਾਂ ਕਿਸ ਦੀਆਂ ਪਾਵਾਂਗੇ? ਅਸੀਂ ਐਸਿਡ ਦੀਆਂ ਪਾਵਾਂਗੇ। ਹੁਣ ਜਦੋਂ ਅਸੀਂ ਇਸ ਵਿੱਚ ਕੁਝ ਬੂੰਦਾਂ ਐਸਿਡ ਦੀਆਂ ਪਾਵਾਂਗੇ ਤਾਂ ਇਸ ਦਾ ਘੋਲ ਵਾਪਸ ਰੰਗਹੀਨ ਹੋ ਜਾਏਗਾ। ਇਸ ਦਾ ਰੰਗ ਕੀ ਹੋ ਗਿਆ? ਰੰਗਹੀਨ ਹੋ ਗਿਆ। ਇਸ ਦਾ ਮਤਲਬ ਕੀ ਹੋਇਆ ਕਿ ਬੇਸ ਨੂੰ, ਖਾਰ ਨੂੰ ਐਸਿਡ ਨੇ ਕੀ ਕਰ ਦਿੱਤਾ ਹੈ? ਨਿਊਟਰਲਾਈਜ਼ ਕਰ ਦਿੱਤਾ ਹੈ। ਠੀਕ ਹੈ, ਬੇਸ ਇਜ਼ ਨਿਊਟਰਲਾਈਜ਼ਡ ਬਾਈ ਐਨ ਐਸਿਡ। ਇਸੇ ਤਰੀਕੇ ਨਾਲ ਉਲਟ ਕਿਰਿਆ ਵੀ ਹੈ ਬੱਚਿਓ ਕਿ ਐਸਿਡ ਜਿਹੜਾ ਹੈਗਾ ਉਹ ਵੀ ਬੇਸ ਨੂੰ ਨਿਊਟਰਲਾਈਜ਼ ਕਰ ਦਿੰਦਾ। ਦੇਖੋ ਘੋਲ ਵਾਪਸ ਗੁਲਾਬੀ ਹੋ ਗਿਆ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਐਸਿਡ ਅਤੇ ਬੇਸ ਇੱਕ ਦੂਸਰੇ ਨੂੰ ਕੀ ਕਰਦੇ ਹਨ? ਨਿਊਟਰਲਾਈਜ਼ ਕਰਦੇ ਹਨ, ਉਦਾਸੀਨੀਕਰਨ ਕਰਦੇ ਹਨ। ਠੀਕ ਹੈ, ਇਸ ਦੀ ਸਮੀਕਰਨ ਜਿਹੜੀ ਹੈਗੀ ਉਹ ਤੁਸੀਂ ਦੇਖ ਰਹੇ ਹੋ, ਬੇਸ ਪਲਸ ਐਸਿਡ ਲੂਣ ਪਲਸ ਪਾਣੀ। ਠੀਕ ਹੈ ਬੱਚਿਓ, ਹੁਣ ਆਪਾਂ ਅਗਲੇ ਪ੍ਰਸ਼ਨ ਤੇ ਵਧਦੇ ਹਾਂ ਬੱਚਿਓ। ਪੀਐਚ ਸਕੇਲ ਕੀ ਹੈ? ਪੀਐਚ ਸਕੇਲ ਕੀ ਹੈ ਬੱਚਿਓ? ਜਿਸ ਨਾਲ ਅਸੀਂ ਹਾਈਡਰੋਜਨ ਆਇਨ ਦੀ ਸੰਘਣਤਾ ਪਤਾ ਕਰਦੇ ਹਾਂ। ਸਾਨੂੰ ਪਤਾ ਲੱਗਦਾ ਹੈ ਕਿ ਕੋਈ ਐਸਿਡ ਕਿੰਨਾ ਕੁ ਸਟਰੋਂਗ ਹੈ ਅਤੇ ਕਿੰਨਾ ਕੁ ਵੀਕ ਹੈ, ਕੋਈ ਖਾਰ ਕਿੰਨੀ ਕੁ ਸਟਰੋਂਗ ਹੈ ਤੇ ਕਿੰਨੀ ਵੀਕ ਹੈ। 0 ਤੋਂ 7 ਤੋਂ ਥੋੜਾ ਥੱਲੇ ਤੱਕ ਐਸਿਡ ਹੈ, 7 ਤੋਂ ਲੈ ਕੇ 14 ਤੱਕ ਜਿਹੜੇ ਹੈ ਉਹ ਬੇਸਿਸ ਹੈਗੀਆਂ। ਜਿਸ ਦਾ 7 ਹੋਏਗਾ ਬੱਚਿਓ ਉਹ ਕੀ ਹੋਏਗਾ? ਨਿਊਟਰਲ ਹੋਏਗਾ। ਠੀਕ ਹੈ ਬੱਚਿਓ, ਰੋਜ਼ਾਨਾ ਜੀਵਨ ਵਿੱਚ ਪੀਐਚ ਦਾ ਕੀ ਮਹੱਤਵ ਹੈ, ਇਸ ਦੇ ਬਾਰੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਸਾਡੇ ਸਰੀਰ ਵਿੱਚ ਵੀ ਪੀਐਚ ਜਿਹੜੀ ਹੈਗੀ ਉਹਦੀ ਬੜੀ ਇੰਪੋਰਟੈਂਸ ਹੈਗੀ ਆ। ਜ਼ਿਆਦਾਤਰ ਕਿਰਿਆਵਾਂ ਜਿਹੜੀਆਂ ਹੈਗੀਆਂ 7 ਤੋਂ 7.8 ਪੀਐਚ ਤੱਕ ਹੀ ਹੁੰਦੀਆਂ ਹਨ। ਜੇ ਘੱਟ ਵੱਧ ਹੋ ਜਾਏ ਸਾਨੂੰ ਪ੍ਰੋਬਲਮਸ ਆ ਜਾਂਦੀਆਂ ਹਨ। ਸਾਡੇ ਪੇਟ ਵਿੱਚ ਸਾਨੂੰ ਪਤਾ ਹੈ ਕਿ HCl ਪੈਦਾ ਹੁੰਦਾ ਹੈ। ਆਓ ਆਪਾਂ ਇੱਕ ਕਿਰਿਆ ਨਾਲ ਇਸ ਨੂੰ ਦੇਖੀਏ। ਧਿਆਨ ਨਾਲ ਦੇਖੋ ਬੱਚਿਓ, ਸਾਡੇ ਪੇਟ ਦੇ ਵਿੱਚ, ਸਟਮਕ ਦੇ ਵਿੱਚ HCl ਪੈਦਾ ਹੁੰਦਾ ਰਹਿੰਦਾ ਹੈ, ਜੋ ਬਿਨਾਂ ਸਾਨੂੰ ਹਾਨੀ ਪਹੁੰਚਾਏ ਭੋਜਨ ਦੇ ਪਾਚਨ ਵਿੱਚ ਸਹਾਇਤਾ ਕਰਦਾ ਹੈ। ਪਰ ਜੇਕਰ ਅਸੀਂ ਜ਼ਿਆਦਾ ਮਸਾਲੇਦਾਰ ਤੇਜ਼ਾਬੀ ਖਾਣਾ ਖਾਂਦੇ ਹਾਂ ਤਾਂ ਇਸ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਦੇ ਨਾਲ ਕੀ ਹੁੰਦਾ ਹੈ? ਪੇਟ ਵਿੱਚ ਜਲਨ ਅਤੇ ਦਰਦ ਮਹਿਸੂਸ ਹੁੰਦੀ ਹੈ। ਫਿਰ ਕੀ ਕਰਦੇ ਹਾਂ ਬੱਚਿਓ? ਅਸੀਂ ਇਸ ਨੂੰ ਅਸੀਂ ਠੀਕ ਕਰਨ ਦੇ ਲਈ ਕੀ ਕੀਤਾ ਜਾਂਦਾ ਹੈ? ਇਹੋ ਜਿਹੇ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ ਜਿਹੜੇ ਬੇਸ ਹੁੰਦੇ ਹਨ, ਜਿਵੇਂ ਮਿਲਕ ਆਫ ਮੈਗਨੀਸ਼ੀਆ, ਐਂਟੈਸਿਡ ਜਿਹੜੇ ਹੈਗੇ ਆ, ਜਿਨ੍ਹਾਂ ਨੇ ਐਸਿਡ ਨੂੰ ਖਤਮ ਕਰਨਾ ਹੈ, ਉਹਨਾਂ ਦੀ ਵਰਤੋਂ ਕਰਕੇ ਫਿਰ ਆਪਾਂ ਇਸ ਜਲਣ ਤੋਂ, ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ, ਕਿਉਂਕਿ ਇੱਥੇ ਵੀ ਫਿਰ ਨਿਊਟਰਲਾਈਜੇਸ਼ਨ ਹੁੰਦੀ ਹੈ ਬੱਚਿਓ। ਇਸੇ ਤਰੀਕੇ ਨਾਲ ਬੱਚਿਓ ਸਾਡੇ ਮੂੰਹ ਦੇ ਵਿੱਚ ਪੀਐਚ ਦੀ ਬਹੁਤ ਮਹੱਤਵ ਹੈ, ਬਹੁਤ ਮਹੱਤਤਾ ਹੈ। ਸਾਡੇ ਦੰਦ ਜਿਹੜੇ ਹੈਗੇ ਉਹ ਕੈਲਸ਼ੀਅਮ ਫਾਸਫੇਟ ਤੋਂ ਬਣੇ ਹੁੰਦੇ ਹਨ। ਜੇਕਰ ਸਾਡੇ ਮੂੰਹ ਦੀ ਪੀਐਚ 5.5 ਤੋਂ ਘਟ ਜਾਵੇ ਤਾਂ ਤੁਸੀਂ ਦੇਖੋ ਕਿ ਦੰਦ ਇਸ ਤਰੀਕੇ ਨਾਲ ਭੁਰਨੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦਾ ਰੰਗ ਵੀ ਪੀਲਾ ਹੋ ਗਿਆ, ਜਦਕਿ ਪਹਿਲਾਂ ਬਿਲਕੁਲ ਸਫੇਦ ਸੀ। ਇਸ ਕਰਕੇ ਪੀਐਚ ਦੀ ਸਾਡੀ ਜੀਵਨ ਵਿੱਚ ਇੰਪੋਰਟੈਂਸ ਹੈ ਬੱਚਿਓ। ਠੀਕ ਹੈ, ਇਸੇ ਤਰੀਕੇ ਨਾਲ ਇੱਕ ਅਗਲੀ ਕਿਰਿਆ ਵੀ ਹੈ। ਇਸ ਵਿੱਚ ਕੀ ਹੈ ਕਿ ਸਾਨੂੰ ਪਤਾ ਹੈ ਕਿ ਜੀਵ ਜੰਤੂ ਜਿਹੜੇ ਹੈਗੇ ਆ ਉਹਨਾਂ
ਉਹਨਾਂ ਦੇ ਡੰਗ ਜਿਹੜੇ ਹੈਗੇ ਆ ਉਹਦੇ ਵਿੱਚ ਫਾਰਮਿਕ ਐਸਿਡ ਹੁੰਦਾ ਹੈ, ਜੋ ਡੰਗ ਦੇ ਮਾਧਿਅਮ ਨਾਲ ਸਾਡੇ ਸਰੀਰ ਦੇ ਅੰਦਰ ਪਹੁੰਚ ਜਾਂਦਾ ਹੈ। ਐਸਿਡ ਹੋਣ ਕਰਕੇ ਸਾਨੂੰ ਬਹੁਤ ਜਲਨ ਮਹਿਸੂਸ ਹੁੰਦੀ ਹੈ, ਤੇ ਇਸ ਜਲਨ ਤੋਂ ਬਚਣ ਦੇ ਲਈ ਫਿਰ ਉਹੀ ਕੰਮ ਹੈ ਬੱਚਿਓ ਕਿ ਅਸੀਂ ਕੀ ਕਰ ਸਕਦੇ ਹਾਂ, ਐਂਟਾਸਿਡ ਜਿਹੜੇ ਹੈਗੇ ਉਹਦੀ ਵਰਤੋਂ ਕਰ ਸਕਦੇ ਹਾਂ। ਬੇਕਿੰਗ ਸੋਡਾ ਹੈ, ਜ਼ਿੰਕ ਕਾਰਬੋਨੇਟ ਹੈ, ਇਹਨਾਂ ਦੀ ਵਰਤੋਂ ਜਿਹੜੀ ਹੈਗੀ ਆਪਾਂ ਉਹ ਕਰ ਸਕਦੇ ਹਾਂ, ਜਿਸ ਨਾਲ ਕੀ ਆ ਆਪਾਂ ਇਸ ਤੋਂ ਰਾਹਤ ਪਾ ਸਕਦੇ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦਾ ਲੈਕਚਰ ਜਿਹੜਾ ਹੈਗਾ ਉਸ ਨੂੰ ਪੂਰੀ ਤਰ੍ਹਾਂ ਇੰਜੋਏ ਕੀਤਾ ਹੋਵੇਗਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਸ਼ਰਨ ਸਿੰਘ ਜੀ, ਡਿਪਟੀ ਡੀਓ ਕਪੂਰਥਲਾ, ਸ਼੍ਰੀ ਦਵਿੰਦਰ ਕੁਮਾਰ ਪੱਬੀ ਜੀ, ਡੀਐਮ ਸਾਇੰਸ ਕਪੂਰਥਲਾ, ਅਤੇ ਮੇਰੇ ਸਾਰੇ ਹੀ ਸਾਇੰਸ ਅਧਿਆਪਕ। ਬਹੁਤ ਧੰਨਵਾਦ।